ਸੰਗੀਤ ਸੀਗਾ ਤਵਿਆਂ ਦੇ ਉੱਤੇ ਉਦੋਂ ਸੁਣਿਆ ਜਾਂਦਾ ਸੀਗਾ। ਇਹ ਅਸੀਂ ਥੋੜਾ ਟਾਈਮ ਅੱਖੀ ਦੇਖਿਆ, ਉਸ ਤੋਂ ਬਾਅਦ ਸਾਡੇ ਤੋਂ ਬਾਅਦ VCR ਆ ਗਏ। ਇਹ ਜਿਹੜੇ ਆ ਪਲਾਸਟਿਕ ਦੇ ਤਵੇ ਬਣਾਉਣੇ ਸ਼ੁਰੂ ਕੀਤੇ ਜਿਹੜੇ ਆ, ਉਹ ਪੁਰਾਣੇ ਜਿਹੜੇ ਪੱਥਰ ਦੇ ਤਵੇ ਸੀਗੇ 78 ਦੀ RMP ਸਪੀਡ ਦੇ ਉੱਪਰ ਚੱਲਦੇ ਜਿਹੜੇ ਆ। ਜਿੱਦਾਂ ਕਹਿੰਦੇ ਕਤਰਾ ਕਰਕੇ ਸਮੁੰਦਰ ਭਰਦਾ ਹੈ, ਕਿਉਂਕਿ ਜਿੰਨੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਇਹ ਤਾਂ ਸੰਭਵ ਹੀ ਨਹੀਂ ਆ ਕਿ ਚਲੋ ਮੈਂ ਬੜੀ ਆਦਰ ਨਾਲ ਇੱਜ਼ਤ ਨਾਲ ਉਹਨਾਂ ਕੋਲ ਇਹ ਸਮਾਨ ਲੈ ਕੇ ਆਂਦਾ ਔਰ ਬੜੀ ਤਰੀਕੇ ਨਾਲ ਸੰਭਾਲਿਆ ਹੈ ਜਿਹੜਾ। ਸਰਕਾਰਾਂ ਦੀ ਗੱਲ ਕਰਦੇ ਹਾਂ, ਆਪਣੀ ਜਿਹੜੀ ਪੰਜਾਬ ਸਰਕਾਰ ਹੈ, ਸੱਭਿਆਚਾਰਕ ਜਿਹੜਾ ਵਿਭਾਗ ਹੈ ਸਾਡਾ ਜਾਂ ਜਿਹੜਾ ਕਲਚਰ ਨੂੰ ਗੱਲ ਕਰਦਾ, ਜਿਹੜੀ ਇੱਜ਼ਤ ਦੇਣੀ ਸੀਗੀ, ਲੇਕਿਨ ਇੱਥੇ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਹੈਗਾ ਜੀ। ਇਹ ਸਾਡੀਆਂ ਸਰਕਾਰਾਂ ਦੀ ਲਾਪਰਵਾਹੀ ਆ, ਨੈਗਲੀਜੈਂਸੀ ਆ। ਜਿਹੜੇ ਅੱਜ ਜਿਨ੍ਹਾਂ ਨੇ ਆਪਣੇ ਬਹੁਤ ਵੱਡੀਆਂ ਹਵੇਲੀਆਂ ਇੱਥੇ ਖੋਲ੍ਹ ਲਈਆਂ ਜਾਂ ਵੱਡੇ ਰੈਸਟੋਰੈਂਟ ਖੋਲ੍ਹ ਲਏ, ਜਿਹ 'ਚੋਂ ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਦਾ ਦਾਅਵਾ ਕਰਦੇ ਆ। ਪੁਰਾਣੇ ਗਾਣੇ ਆ, ਪੁਰਾਣੇ ਫਿਲਮੀ ਗਾਣੇ ਆ, ਹਿੰਦੀ ਗਾਣੇ ਆ, ਪੰਜਾਬੀ ਗਾਣੇ ਆ, ਉਹਨਾਂ ਦੀਆਂ ਤਰਜ਼ਾਂ ਟੱਪੇ ਸਾਰਾ ਕੁਝ। ਹਾਂਜੀ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ। ਹਾਂਜੀ ਪੰਜਾਬ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਇੱਕ ਇਹੋ ਜਿਹੇ ਵਿਅਕਤੀ ਦੇ ਕੋਲ, ਇੱਕ ਇਹੋ ਜਿਹੇ ਇਨਸਾਨ ਦੇ ਕੋਲ ਜਿਹੜਾ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ। ਬਸਤੀ ਬਾਵਾ ਖੇਲ ਦੇ ਅੰਦਰ ਜਦੋਂ ਆਈਏ ਤੇ ਰਾਜਨਗਰ ਦੇ ਅੰਦਰ ਇਹਨਾਂ ਦਾ ਘਰ ਹੈ। ਜਦੋਂ ਇਹਨਾਂ ਦੇ ਅਸੀਂ ਗੱਲ ਕਰਦੇ ਹਾਂ ਸ਼ਖਸੀਅਤ ਦੀ, ਤੇ ਖਾਸ ਕੀ ਹੈ, ਖਾਸ ਇਹ ਹੈ ਕਿ ਅੱਜ ਸੰਗੀਤ ਨਾਲ ਜੁੜੀਆਂ ਉਹ ਚੀਜ਼ਾਂ ਜਿਹੜੀਆਂ ਲਗਭਗ ਸਾਡੇ ਤੋਂ ਵਿਰਸੇ 'ਚੋਂ ਅਲੋਪ ਹੋ ਚੁੱਕੀਆਂ ਨੇ, ਉਹਨਾਂ ਨੂੰ, ਉਸ ਖਜ਼ਾਨੇ ਨੂੰ ਇਹ ਸੰਭਾਲੀ ਬੈਠੇ ਨੇ। ਗੱਲ ਕਰਨ ਲੱਗੇ ਹਾਂ ਸੁਰਜੀਤ ਸਿੰਘ ਜੀ, ਗੱਲ ਕਰ ਲੱਗੇ ਹਾਂ ਸੁਰਜੀਤ ਸਿੰਘ ਜੀ ਦੀ, ਜਿਹੜੇ ਕਿ ਪੇਸ਼ੇ ਵਜੋਂ ਟਰੱਕ ਡਰਾਈਵਰ ਨੇ। ਪਰ ਜਦੋਂ ਅਸੀਂ ਉਹਨਾਂ ਦੇ ਸ਼ੌਂਕ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਇਹ ਚੀਜ਼ਾਂ ਅਸੀਂ ਵੱਡੀਆਂ ਮਿਊਜ਼ਿਕ ਇੰਡਸਟਰੀਆਂ ਤੇ ਵੱਡੇ ਮਿਊਜ਼ਿਕ ਘਰਾਣੇ ਉਹਨਾਂ ਦੇ ਕੋਲ ਵੀ ਇਹ ਖਜ਼ਾਨਾ ਨਹੀਂ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਅਮਰ ਸਿੰਘ ਚਮਕੀਲਾ ਦੀ, ਜਦੋਂ ਗੱਲ ਕਰਦੇ ਹਾਂ ਕੁਲਦੀਪ ਮਾਣਕ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਇੱਥੇ ਸੁਰਿੰਦਰ ਕੌਰ ਦੀ, ਆਸਾ ਸਿੰਘ ਮਸਤਾਨਾ ਦੀ, ਮੁਹੰਮਦ ਸਦੀਕ ਦੀ, ਰਣਜੀਤ ਕੌਰ ਦੀ, ਜਗਮੋਹਨ ਕੌਰ ਦੀ, ਪ੍ਰੀਤਮ ਬਾਲਾ ਦੀ, ਚਰਨਜੀਤ ਚੰਦ ਦੀ, ਤੇ ਚਾਹੇ ਅਸੀਂ ਗੱਲ ਕਰੀਏ ਪੰਜਾਬੀ ਫਿਲਮਾਂ ਦੀ ਜਿਹੜੀਆਂ ਕਿ ਜੱਟ ਜਿਉਣਾ ਮੋੜ ਤੋਂ ਸ਼ੁਰੂ ਹੋਈਆਂ ਤੇ ਨਾਨਕ ਨਾਮ ਜਹਾਜ਼ ਹੈ, ਬਹੁਤ ਸਾਰੀਆਂ ਫਿਲਮਾਂ ਜਿਨ੍ਹਾਂ ਬਾਰੇ ਸ਼ਾਇਦ ਅੱਜ ਦੇ ਬੱਚਿਆਂ ਨੂੰ ਨਾਮ ਵੀ ਨਹੀਂ ਪਤਾ। ਉਹਨਾਂ ਦਾ ਖਜ਼ਾਨਾ ਜਿਹੜੀਆਂ ਤਵੇ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਨੇ, ਉਹ ਮਿਊਜ਼ਿਕ ਦੇ ਨਾਲ ਜੁੜੀਆਂ ਚੀਜ਼ਾਂ, ਉਹ ਖਜ਼ਾਨਾ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ। ਉਹ ਤਵੇ ਨੇ ਇਹਨਾਂ ਦੇ ਕੋਲ ਜਿਨ੍ਹਾਂ ਦੀ ਤਕਰੀਬਨ ਗਿਣਤੀ 3000 ਦੇ ਕਰੀਬ ਹੈ। ਅਸੀਂ VCR ਦੀ ਗੱਲ ਕਰਦੇ, ਪੁਰਾਣੇ ਸਮਿਆਂ ਦੇ ਵਿੱਚ ਇਸਤੇਮਾਲ ਹੁੰਦਾ ਸੀ, ਉਹਦੀਆਂ ਕੈਸਟਸ ਵੀ ਸਾਡੇ ਇੱਥੇ ਉਪਲਬਧ ਨੇ, ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਮੁਹੰਮਦ ਸਦੀਕ ਜੀ ਦੇ ਨੇ ਵਿਹੜਾ ਸ਼ਗਨਾਂ ਦਾ ਪ੍ਰੋਗਰਾਮ, ਪੱਕਾ ਹੀ ਪਾਕਿਸਤਾਨੀ ਪ੍ਰੋਗਰਾਮ ਨੇ। ਸੋ ਇਹ ਪ੍ਰੋਗਰਾਮਾਂ ਦੀਆਂ ਜਿਹੜੀਆਂ VCR ਦੀਆਂ CDs ਨੇ ਇਹਨਾਂ ਦੇ ਕੋਲ ਨੇ, VCR ਦੀਆਂ ਕੈਸਟਾਂ ਇਹਨਾਂ ਦੇ ਕੋਲ ਨੇ। ਉਸ ਤੋਂ ਬਾਅਦ ਜਿਹੜੀਆਂ ਸਟੀਰੀਓ ਹੁੰਦੇ ਸੀ, ਜਿਸ ਤੋਂ ਬਾਅਦ ਜਿਹੜਾ ਅਗਲਾ ਨਵਾਂ ਯੁੱਗ ਆਇਆ ਸਟੀਰੀਓ ਦਾ, ਤੇ ਉਸ ਤੋਂ ਬਾਅਦ ਮੌਜੂਦਾ ਸਮੇਂ ਦੇ ਵਿੱਚ ਅਸੀਂ ਮਿਊਜ਼ਿਕ ਦੇ ਵਿੱਚ ਪ੍ਰਵੇਸ਼ ਕਰ ਗਏ। ਉਹ ਸਾਰਾ ਖਜ਼ਾਨਾ ਸੁਰਜੀਤ ਸਿੰਘ ਜੀ ਆਪਣੇ ਅੰਦਰ, ਆਪਣੇ ਘਰ ਦੇ ਵਿੱਚ ਸਮੋਈ ਬੈਠੇ ਨੇ ਔਰ ਮਾਣ ਮਹਿਸੂਸ ਕਰਦੇ ਹਾਂ ਅਸੀਂ। ਹਾਂਜੀ ਪੰਜਾਬ ਦੇ ਸਮਝ ਤੋਂ ਸੁਰਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਆਓ ਸੁਣਦੇ ਹਾਂ, ਦੇਖਦੇ ਹਾਂ ਉਹਨਾਂ ਦੀ ਇਹ ਪ੍ਰੇਰਨਾ ਸਰੋਤ ਕਹਾਣੀ ਕਿ ਕਿਵੇਂ ਸੱਭਿਆਚਾਰ ਦੇ ਨਾਲ ਜੁੜੀਆਂ ਚੀਜ਼ਾਂ ਉਹਨਾਂ ਨੇ ਕਦੋਂ ਤੋਂ ਸਮੇਟਣੀਆਂ ਸ਼ੁਰੂ ਕੀਤੀਆਂ, ਕਦੋਂ ਤੋਂ ਆਪਣੀ ਬੁੱਕਲ ਦੇ ਵਿੱਚ ਉਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਤੇ ਅੱਜ ਤੱਕ ਇਸ ਖਜ਼ਾਨੇ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਨੇ। ਆਓ ਗੱਲਬਾਤ ਕਰਦੇ ਹਾਂ ਇਸ ਮੰਚ ਤੇ ਸੁਰਜੀਤ ਸਿੰਘ ਜੀ ਦੇ ਨਾਲ। ਤਾਂ ਸੁਰਜੀਤ ਜੀ ਸਵਾਗਤ ਕਰਦੇ ਹਾਂ ਜੀ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਮੈਂ ਸਭ ਤੋਂ ਪਹਿਲਾਂ ਨਵਜੋਤ ਮੈਡਮ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਆ ਕੇ ਇੱਥੇ ਪੁਰਾਣੇ ਵਿਰਸੇ ਦੀ ਸੰਭਾਲ ਦੇ ਬਾਰੇ ਸਾਨੂੰ ਪੁੱਛਿਆ। ਕੈਮਰਾਮੈਨ ਔਰ ਇਹਨਾਂ ਦੀ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਣਾ ਜਿਹੜਾ ਇਹਨਾਂ ਨੇ ਬਹੁਤ ਕੀਮਤੀ ਵਕਤ ਕੱਢਿਆ ਔਰ ਸਾਡੇ ਕੋਲ ਆ ਕੇ ਇਹ ਪੁਰਾਣੇ ਵਿਰਸੇ ਬਾਰੇ, ਸੱਭਿਆਚਾਰ ਬਾਰੇ, ਪੁਰਾਣੇ ਮਿਊਜ਼ਿਕ ਬਾਰੇ ਸਾਨੂੰ ਪੁੱਛਿਆ ਇਹਨਾਂ ਨੇ ਆ ਕੇ, ਔਰ ਅਸੀਂ ਬਹੁਤ ਧੰਨਵਾਦੀ ਹਾਂ ਇਸ ਟੀਮ ਦਾ ਜਿਹੜਾ ਜੀ। ਸੁਰਜੀਤ ਜੀ ਜਦੋਂ ਗੱਲ ਕਰਦੇ ਹਾਂ ਇਸ ਵਿਰਸੇ ਨੂੰ ਸੰਭਾਲਣ ਦੀ, ਜਿਹੜੀ ਸੰਗੀਤ ਸੀਗਾ ਤਵਿਆਂ ਦੇ ਉੱਤੇ ਉਦੋਂ ਸੁਣਿਆ ਜਾਂਦਾ ਸੀਗਾ, ਇਹ ਅਸੀਂ ਥੋੜਾ ਟਾਈਮ ਅੱਖੀ ਦੇਖਿਆ, ਉਸ ਤੋਂ ਬਾਅਦ ਸਾਡੇ ਤੋਂ ਬਾਅਦ VCR ਆ ਗਏ, ਹੈ ਨਾ। ਇਹ ਖਜ਼ਾਨੇ ਨੂੰ ਸੰਭਾਲਿਆ ਹੋਇਆ ਤੁਸੀਂ ਤਕਰੀਬਨ 2800 ਤੋਂ 3000 ਦੇ ਕਰੀਬ ਤਵੇ ਆ ਜਿਹੜੇ, ਔਰ ਉਹ ਚੀਜ਼ਾਂ ਜਿਹੜੀਆਂ ਅਸੀਂ ਕਦੇ ਦੇਖੀਆਂ ਸੁਣੀਆਂ ਨੇ। ਗੁਰਦਾਸ ਮਾਨ ਸਾਹਿਬ ਨੂੰ ਅਸੀਂ ਦੇਖਿਆ ਵੀ ਆ, ਸੁਣਿਆ ਵੀ ਆ, ਪਰ ਉਸ ਤੋਂ ਪਹਿਲਾਂ ਦੇ ਆਰਟਿਸਟਾਂ ਨੂੰ ਜਿਹੜਾ ਤੁਸੀਂ ਸੰਭਾਲ ਕੇ ਰੱਖਿਆ, ਤੇ ਪਲੱਸ ਪੇਸ਼ਾ ਇੱਕ ਟਰੱਕ ਡਰਾਈਵਰ ਦਾ, ਇੱਕ ਪੇਸ਼ੇ ਇਹੋ ਜਿਹੇ ਨਾਲ ਤੁਸੀਂ ਜੁੜੇ ਹੋਏ ਆ ਕਿ ਉੱਥੋਂ ਸ਼ੌਂਕ ਇੱਧਰ ਨੂੰ ਪਲਟਿਆ ਜਾਂ ਇੱਧਰਲੇ ਸ਼ੌਂਕ ਨੇ ਉੱਧਰ ਨੂੰ ਖਿੱਚਿਆ, ਇਹ ਕਿਵੇਂ ਚੀਜ਼ਾਂ ਜੁੜੀਆਂ, ਕਿਵੇਂ ਤੰਦਾਂ ਜੁੜੀਆਂ ਤੇ ਖਜ਼ਾਨੇ ਨੂੰ ਤੁਸੀਂ ਸੰਭਾਲਿਆ? ਇਹ ਨਵਜੋਤ ਜੀ ਇਸ ਤਰ੍ਹਾਂ ਕਿ ਅਸੀਂ ਦੇਖਿਆ ਸਭ ਤੋਂ ਪਹਿਲਾਂ ਪੱਥਰ ਕੋਟਾਂ ਦਾ ਇੱਕ ਯੁੱਗ ਸੀਗਾ ਜਿਹੜਾ ਜੀ, ਔਰ ਉਹ ਖਤਮ ਹੋ ਗਿਆ। ਉਸ ਤੋਂ ਬਾਅਦ ਕੰਪਨੀਆਂ ਵਾਲਿਆਂ ਨੇ HME ਕੰਪਨੀ ਹੈ, ਹਿਜ ਮਾਸਟਰ ਵਾਈਸ ਕੰਪਨੀ ਹੈ ਸਾਡੇ ਇੰਡੀਆ ਵਿੱਚ ਸਭ ਤੋਂ ਮਸ਼ਹੂਰ, ਸਭ ਤੋਂ ਵੱਡੀ ਕੰਪਨੀ ਜਿਹੜੀ ਆ, ਉਹਨਾਂ ਨੇ ਇਹ ਜਿਹੜੇ ਆ ਪਲਾਸਟਿਕ ਦੇ ਤਵੇ ਬਣਾਉਣੇ ਸ਼ੁਰੂ ਕੀਤੇ ਜਿਹੜੇ ਆ। ਉਹ ਪੁਰਾਣੇ ਜਿਹੜੇ ਪੱਥਰ ਦੇ ਤਵੇ ਸੀਗੇ 78 ਦੀ RMP ਸਪੀਡ ਦੇ ਉੱਪਰ ਚੱਲਦੇ ਜਿਹੜੇ ਆ, ਉਹ ਬੰਦ ਹੋ ਗਏ ਸੀ ਜਿਹੜੇ ਆ ਜੀ। ਉਸ ਤੋਂ ਬਾਅਦ ਉਹਨਾਂ ਨੇ ਉਹਦੀ ਤਕਨੀਕ ਦੇ ਵਿੱਚ ਕੁਛ ਇਨਕਰੀਜ਼ ਕੀਤਾ, ਵਾਧਾ ਕਰਦਿਆਂ ਹੋਇਆਂ ਪੱਥਰ ਦੇ ਤਵਿਆਂ ਤੋਂ ਬਾਅਦ ਇਹ ਪਲਾਸਟਿਕ ਦੇ ਤਵੇ ਬਣਾਉਣੇ ਸ਼ੁਰੂ ਕੀਤੇ। ਫਿਰ ਕੁਝ ਸਮਾਂ ਇੱਦਾਂ ਦਾ 85-86 ਤੋਂ ਬਾਅਦ ਦਾ ਟਾਈਮ ਜਿਹੜਾ ਆ ਕਿ ਤਵੇ ਜਿਹੜੇ ਆ ਉਹਨਾਂ ਨੇ ਹੌਲੀ ਹੌਲੀ ਕਲੋਜ਼ ਕਰਨੇ ਕੰਪਨੀਆਂ ਨੇ ਕਰ ਦਿੱਤੇ, ਉਹਦੀ ਸੇਲ ਘੱਟ ਗਈ, ਉਹਨਾਂ ਦੀ ਮਾਰਕੀਟਿੰਗ ਘੱਟ ਗਈ ਜਿਹੜੀ ਆ।
ਲੋਕਾਂ ਦਾ ਰੁਝਾਨ ਜਿਹੜਾ ਸੀਗਾ ਉਹ ਕੈਸਟਾਂ ਵਾਲੇ ਪਾਸੇ ਨੂੰ ਹੋ ਗਿਆ। ਕੈਸਟ ਇੰਡਸਟਰੀ ਜਿਹੜੀ ਆ ਉਸ ਟਾਈਮ 'ਤੇ ਟੀ ਸੀਰੀਜ਼ ਦੀਆਂ ਕੰਪਨੀਆਂ, ਇੱਦਾਂ ਹੋਰ ਕੰਪਨੀਆਂ ਕਈ ਹੋਈਆਂ ਸੀਗੀਆਂ ਜਿਹੜੀਆਂ, ਔਰ ਉਹ ਜਿਹੜਾ ਆ ਪੱਥਰ ਦੇ ਤਵਿਆਂ ਦਾ, ਪਲਾਸਟਿਕ ਦੇ ਤਵਿਆਂ ਦਾ, ਇਹ ਹੌਲੀ ਹੌਲੀ ਸਮਾਂ ਉਸ ਟਾਈਮ 'ਤੇ ਖ਼ਤਮ ਹੋ ਗਿਆ। ਅਬਾਊਟ ਨੀਅਰ ਬਾਏ ਕੋਈ 90 ਕੁ ਤੱਕ ਇਹਨਾਂ ਦਾ ਕਾਫੀ ਰਾਜ ਰਿਹਾ ਇਹਨਾਂ ਦਾ। ਉਸ ਤੋਂ ਬਾਅਦ ਕੈਸਟਾਂ ਦਾ ਕੋਈ ਜ਼ਿਆਦਾ ਟਾਈਮ ਮਿਲ ਕੇ ਨਹੀਂ ਰਿਹਾ ਜਿਹੜਾ ਜੀ। 85 ਤੋਂ ਲੈ ਕੇ ਤੇ ਮੇਰੇ ਖਿਆਲ ਨਾਲ ਸ਼ਾਇਦ ਇਹ ਸਨ 2000 ਤੱਕ ਚੱਲੀਆਂ ਜਿਹੜੀਆਂ ਸਹੀ ਤਰੀਕੇ ਨਾਲ ਜਿਹੜੀਆਂ। ਉਸ ਤੋਂ ਬਾਅਦ ਫਿਰ CD ਪਲੇਅਰ ਵਗੈਰਾ ਆ ਗਏ, ਫਿਰ ਉਹਨਾਂ ਨੇ ਹੋਰ ਤਰੱਕੀ ਕੀਤੀ, DVD ਆ ਗਈ, DVD ਪਲੇਅਰ ਆ ਗਏ ਜਿਹੜੇ ਆ। ਫਿਰ ਉਸ ਤੋਂ ਬਾਅਦ ਫਿਰ ਹੁਣ USB ਮੈਮਰੀ ਕਾਰਡ, ਹੁਣ ਗਾਂ ਉਸ ਤੋਂ ਅੱਗੇ ਪਤਾ ਨਹੀਂ ਕਿਹੜਾ ਯੁੱਗ ਆਏਗਾ, ਕਿਹੜਾ ਜ਼ਮਾਨਾ ਆਏਗਾ, ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ। ਲੇਕਿਨ ਮੇਰੇ ਇਹ ਦਿਲ ਵਿੱਚ ਜ਼ਰੂਰ ਗੱਲ ਆਈ ਕਿ ਅਸੀਂ ਆਪਣੇ ਜਿਹੜੇ ਪੁਰਾਣੇ ਸੰਗੀਤ ਆ, ਗਾਉਣ ਵਾਲੇ ਆ, ਇਹ ਤਵੇ ਜਿਹੜੇ ਆ ਇਹ ਉਹਨਾਂ ਉਸ ਟਾਈਮ ਦੇ ਉੱਪਰ ਬਿਲਕੁਲ ਉਹਨਾਂ ਨੇ, ਗਾਉਣ ਵਾਲਿਆਂ ਨੇ, ਕਲਾਕਾਰਾਂ ਨੇ ਮਾਈਕ ਦੇ ਸਾਹਮਣੇ ਖੜ੍ਹੇ ਹੋ ਕੇ, ਸਟੂਡੀਓ ਬਿਲਕੁਲ ਸਾਹਮਣੇ ਖੜ੍ਹੇ ਹੋ ਕੇ, ਇੱਦਾਂ ਜਿਹਨਾਂ ਨੂੰ ਅਸੀਂ ਮਾਸਟਰ ਪ੍ਰਿੰਟ ਕਹਿ ਸਕਦੇ ਹਾਂ, ਉਸ ਟਾਈਮ 'ਤੇ ਰਿਕਾਰਡਿੰਗ ਕਰਾਈ ਜਿਹੜੇ ਆ। ਹੁਣ ਤਾਂ ਚਲੋ ਅੱਗੇ ਦੀ ਅੱਗੇ ਕਾਪੀਆਂ, ਨੈੱਟ ਦਾ, YouTube ਦਾ, ਮੀਡੀਆ ਦਾ ਬਹੁਤ ਅੱਗੇ ਦੀ ਅੱਗੇ ਮਤਲਬ ਕਿ ਵਕਤ ਗਾਂਹ ਦੀ ਗਾਂਹ ਪਤਾ ਨਹੀਂ ਕਿੱਦਾਂ ਦਾ ਆਉਣਾ ਹੁਣ ਜਿਹੜਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਇੱਕ ਐਂਟੀਕ ਆ, ਬਿਲਕੁਲ ਮਾਸਟਰ ਪ੍ਰਿੰਟ ਜਿਹੜੇ ਉਹਨਾਂ ਨੇ ਸਾਹਮਣੇ ਖੜ੍ਹੇ ਹੋ ਕੇ ਇੱਦਾਂ ਗਾਏ। ਇੱਕੋ ਟਾਈਮ ਦੇ ਉੱਪਰ ਹਜ਼ਾਰ ਤਵਾ ਉਸ ਟਾਈਮ 'ਤੇ ਰਿਕਾਰਡ ਕਰ ਦਿੰਦੇ ਸੀ। ਤਾਂ ਗਾਉਣ ਵਾਲਾ ਇੱਕ ਜਣਾ ਸੀਗਾ ਔਰ 1000 ਤਵਾ ਜੀ ਸਾਰੀਆਂ ਡਿਸਕਾਂ ਇੱਦਾਂ ਚੱਲ ਰਹੀਆਂ, ਸਾਰੀਆਂ ਰਿਕਾਰਡਿੰਗ ਹੋ ਰਹੀਆਂ ਨਾਲ ਇੱਦਾਂ ਜਿਹੜੀਆਂ ਜੀ। ਅਤੇ ਮੇਰਾ ਇਹ ਮਨ ਕੀਤਾ ਵੀ ਚਲੋ ਗਾਂਹ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਪਤਾ ਨਹੀਂ ਇਸ ਯੁੱਗ ਨੂੰ ਜਾਂ ਇਸ ਚੀਜ਼ ਨੂੰ ਦੇਖ ਪਾਉਂਦੀ ਜਾਂ ਨਹੀਂ ਪਾਉਂਦੀ। ਮੇਰੇ ਕੁਛ ਮਨ 'ਚ ਖਿਆਲ ਆ ਗਿਆ ਕਿ ਮੈਂ ਪੰਜਾਬ ਦਾ ਮੈਂ ਸਾਰਾ ਵਿਰਸਾ ਤਾਂ ਨਹੀਂ ਸੰਭਾਲ ਸਕਦਾ ਹੈਗਾ ਜੀ। ਚਲੋ ਮੈਂ ਇੱਕ ਮਿਊਜ਼ਿਕ ਦਾ ਥੋੜ੍ਹਾ ਜਿਹਾ ਕੁਛ ਹਿੱਸਾ ਜਿਹੜਾ ਆ ਉਹ ਮਸ਼ੀਨਾਂ, ਗ੍ਰਾਮੋਫੋਨ ਜਿਹਨਾਂ ਨੂੰ ਕਹਿ ਦਿੰਦੇ ਨੇ ਇੰਗਲਿਸ਼ ਦੇ ਵਿੱਚ, ਮੈਂ ਉਹ ਕੁਛ ਸੰਭਾਲ ਕੇ ਰੱਖੀਆਂ ਆਪਣੇ ਕੋਲ ਜਿਹੜੀਆਂ ਆ, ਕਿ ਚਲੋ ਆਉਣ ਵਾਲੇ ਸਾਡੇ ਬੱਚੇ ਗਾਂ, ਆਉਣ ਵਾਲੀ ਜਨਰੇਸ਼ਨ ਜਿਹੜੀ, ਆਉਣ ਵਾਲੀ ਪੀੜ੍ਹੀ ਆ ਉਹ ਦੇਖੇਗੀ ਜਿਹੜੀ। ਸੁਰਜੀਤ ਜੀ, ਇਹ ਇਕੱਠਾ ਕਿੱਦਾਂ ਕੀਤਾ ਇੰਨਾ ਖਜ਼ਾਨਾ ਫਿਰ? ਕਿਉਂਕਿ ਇਹ ਜਿੱਦਾਂ ਕਹਿੰਦੇ ਕਤਰਾ ਕਰਕੇ ਸਮੁੰਦਰ ਭਰਦਾ ਹੈ, ਕਿਉਂਕਿ ਜਿੰਨੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਇਹ ਤਾਂ ਸੰਭਵ ਹੀ ਨਹੀਂ ਆ ਕਿ ਇੱਕ ਦਿਨ 'ਚ 6 ਮਹੀਨੇ ਜਾਂ ਸਾਲ 'ਚ ਇਕੱਠੀਆਂ ਹੋ ਗਈਆਂ ਹੋਣਗੀਆਂ। ਕਿੰਨਾ ਸਮਾਂ ਲੱਗਾ ਅਤੇ ਕਿੱਥੋਂ ਫਿਰ ਸਾਰਾ ਖਜ਼ਾਨਾ ਇਕੱਠਾ ਕੀਤਾ? ਮੈਂ 1990 ਤੋਂ ਜੀ ਇਹ ਖਜ਼ਾਨਾ ਇਕੱਠਾ ਕਰ ਰਿਹਾ। ਹੁਣ 22 ਜਾ ਰਿਹਾ ਵਾ, ਮੈਨੂੰ ਤਕਰੀਬਨ 31-32 ਸਾਲ ਹੋ ਗਏ ਆ ਜੀ ਇਹਨਾਂ ਨੂੰ ਇਕੱਠਿਆਂ ਕਰਦਿਆਂ। ਔਰ ਹੋਰ ਵੀ ਮੈਂ ਲੱਭ ਰਿਹਾ ਵਾਂ, ਮੈਨੂੰ ਜਿੱਥੋਂ ਕੋਈ ਸਮਾਨ, ਕੋਈ 500 ਰੁਪਏ ਤਵਾ ਦੇ ਰਿਹਾ, ਕੋਈ 1000 ਰੁਪਏ ਤਵਾ ਦੇ ਰਿਹਾ। ਔਰ ਮੈਨੂੰ ਕਾਫੀ ਸਾਰੇ ਤਵੇ ਜਿਹੜੇ ਆ ਮਤਲਬ ਕਿ ਇਹ ਜਿਨ੍ਹਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੈ ਕਿ ਤੁਸੀਂ ਕਦਰਦਾਨ ਹੈ ਇਹਨਾਂ ਚੀਜ਼ਾਂ ਦੇ, ਉਹਨਾਂ ਨੇ ਮੈਨੂੰ ਫ੍ਰੀ ਸਮਾਨ ਚੁਕਾਤਾ ਜਿਹੜਾ ਜੀ। ਹਾਂਜੀ, ਬਹੁਤ ਸਾਰੇ ਤਵੇ ਇਹਨਾਂ ਦੇ ਵਿੱਚ ਮੈਨੂੰ ਜਿਹੜੇ ਤਕਰੀਬਨ 1000 ਦੇ ਕਰੀਬ ਤਵਾ ਮੈਨੂੰ ਜਿਹੜਾ ਆ ਕਈਆਂ ਬੰਦਿਆਂ ਨੇ ਮੈਨੂੰ ਫ੍ਰੀ ਦਿੱਤਾ ਹੈ ਉਹਦੇ, ਜਿਹੜਾ ਕਿ ਤੁਸੀਂ ਇਹਨਾਂ ਨੂੰ, ਸਾਨੂੰ ਪੱਕਾ ਪਤਾ ਹੈ ਕਿ ਤੁਸੀਂ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਸੰਭਾਲੋਗੇ ਜ਼ਰੂਰ, ਤੁਸੀਂ ਕਦਰਦਾਨ ਆ। ਔਰ ਤੁਹਾਨੂੰ ਇਹਦੇ ਬਾਰੇ ਪਤਾ ਹੈ, ਤੁਸੀਂ ਮਿਹਨਤ ਨਾਲ ਸੰਭਾਲੋਗੇ। ਉਹ ਕਈ ਬਜ਼ੁਰਗ ਗੁਜ਼ਾਰਿਆ, ਕਈਆਂ ਨੇ ਦੁਕਾਨਾਂ ਛੱਡ ਦਿੱਤੀਆਂ, ਕਈਆਂ ਨੇ ਉਹ ਕੰਮ ਛੱਡ ਦਿੱਤਾ। ਲੇਕਿਨ ਚਲੋ ਮੈਂ ਬੜੀ ਆਦਰ ਨਾਲ, ਇੱਜ਼ਤ ਨਾਲ ਉਹਨਾਂ ਕੋਲ ਇਹ ਸਮਾਨ ਲੈ ਕੇ ਆਂਦਾ ਔਰ ਬੜੇ ਤਰੀਕੇ ਨਾਲ ਸੰਭਾਲਿਆ ਹੈ ਜਿਹੜਾ। ਬਿਲਕੁਲ ਆ ਤੁਸੀਂ ਦੇਖ ਸਕਦੇ ਇਹਨਾਂ ਕੱਪੜਿਆਂ ਦੇ ਵਿੱਚ ਬੰਨ੍ਹ ਕੇ ਇੱਦਾਂ ਉੱਪਰ ਕੱਪੜੇ ਪਾਏ ਉੱਪਰ ਇਹਦਾ ਜਿਹੜਾ, ਤਾਂ ਕਿ ਮਿੱਟੀ ਆ, ਡਸਟ ਆ, ਹਰ ਚੀਜ਼ ਤੋਂ ਬਚਾਅ ਹੋਵੇ। ਇਹ ਬਹੁਤ ਵਧੀਆ ਸਮਾਨ ਚੱਲਦਾ ਪਿਆ ਵਾ ਮੇਰੇ ਕੋਲ। 1900 ਤਕਰੀਬਨ 58 ਤੋਂ ਲੈ ਕੇ ਲਾਸਟ 1988 ਤੱਕ ਜਿਹੜੇ ਤਵੇ ਆ, ਚਮਕੀਲੇ ਦੇ ਲਾਸਟ ਤਵੇ ਆਏ ਸੀ ਜਿਹੜੇ ਆ। ਉਸ ਤੋਂ ਬਾਅਦ ਮੇਰੇ ਕੋਲ ਕੋਈ ਤਵਾ ਨਹੀਂ ਹੈਗਾ। ਪਰ ਕੰਪਨੀਆਂ ਵੀ ਉਸ ਟਾਈਮ 'ਤੇ ਜਿਸ ਵੇਲੇ 90 ਤੋਂ ਬਾਅਦ ਮਤਲਬ ਕਿ ਉਹ ਬੰਦ ਹੋ ਗਈਆਂ ਸੀਗੀਆਂ ਜਿਹੜੀਆਂ ਜੀ। 1958 ਤੋਂ ਲੈ ਕੇ 1988 ਤੱਕ, ਉਹ ਤੱਕ ਦੇ ਸਾਰੇ ਤਵੇ ਮੌਜੂਦ ਆ। ਅੱਛਾ, ਜਦੋਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਆਪਣੀ ਜਿਹੜੀ ਪੰਜਾਬ ਸਰਕਾਰ ਹੈ, ਸੱਭਿਆਚਾਰਕ ਜਿਹੜਾ ਵਿਭਾਗ ਹੈ ਸਾਡਾ, ਜਾਂ ਜਿਹੜਾ ਕਲਚਰ ਨੂੰ ਗੱਲ ਕਰਦਾ, ਜਿਹੜੀ ਉਹਨਾਂ ਨੇ ਕਦੇ ਅਪਰੋਚ ਨਹੀਂ ਕੀਤੀ ਜਾਂ ਗੱਲ ਕੀਤੀ ਹੋਵੇ, ਜਾਂ ਜੇ ਇਹ ਆਮ ਇਨਸਾਨ ਨੂੰ ਜਿਹੜਾ ਜਲੰਧਰ ਦੇ ਵਿੱਚ ਰਹਿ ਰਿਹਾ ਆਮ ਵਿਅਕਤੀ ਆ, ਉਹ ਇੰਨੇ ਆਪਣੇ ਪੱਧਰ 'ਤੇ ਕੋਸ਼ਿਸ਼ ਕਰ ਸਕਦਾ ਸੱਭਿਆਚਾਰ ਨੂੰ ਬਚਾਉਣ ਦੀ, ਤਵੇ ਇਕੱਠੇ ਕੀਤੇ ਹੋਏ, ਇਹ ਤਾਂ ਕਿਉਂਕਿ ਜਨਰੇਸ਼ਨ ਨੂੰ ਦਿਖਾਉਣ ਵਾਲੀਆਂ ਚੀਜ਼ਾਂ ਨੇ। ਅਤੇ ਸਰਕਾਰਾਂ ਨੇ ਕਦੀ ਕਿਸੇ ਵਿਭਾਗ ਨੇ, ਕਦੀ ਕਿਸੇ ਅਫਸਰ ਨੇ ਅਪਰੋਚ ਕੀਤੀ ਹੋਵੇ? ਨਹੀਂ ਜੀ, ਕਿਸੇ ਨੇ ਸਾਡੇ ਕੋਈ ਅਪਰੋਚ ਨਹੀਂ ਕੀਤੀ ਹੈਗੀ, ਨਾ ਕੋਈ ਮਾਲੀ ਮਦਦ ਜਾਂ ਕੋਈ ਕਿਸੇ ਹੋਰ ਤਰ੍ਹਾਂ ਦੀ ਕੋਈ ਅਪਰੋਚ, ਜਾਂ ਕੋਈ ਇਸ ਚੀਜ਼ ਨੂੰ ਪ੍ਰਫੁੱਲਤ ਕਰਨ ਦੀ ਗਾਂ ਸਰਕਾਰ ਵੱਲੋਂ ਕੋਈ ਕੋਸ਼ਿਸ਼ ਜਿਹੜੀ ਆ। ਸਰਕਾਰਾਂ ਸਾਡੀਆਂ ਇਸ ਤਰ੍ਹਾਂ ਕਿ ਉਹਨਾਂ ਕੋਲ ਆਪਣਾ ਟਾਈਮ ਨਹੀਂ ਹੈਗਾ ਜਿਹੜਾ ਜੀ ਕਿਸੇ ਤਰ੍ਹਾਂ ਦਾ, ਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਤਾਂ ਜਿਸ ਨੂੰ ਸ਼ੌਂਕ ਆ ਔਰ ਉਸ ਚੀਜ਼ ਦੇ ਨਾਲ ਰੁਚੀ ਰੱਖਦਾ ਆ, ਉਹ ਬੰਦਾ ਸੰਭਾਲ ਰਿਹਾ ਆ। ਇਹ ਸਾਡੀਆਂ ਸਰਕਾਰਾਂ ਆ, ਇਹਨਾਂ ਨੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਵਰਗੇ ਜਿਹੜੇ ਆ, ਉਹਨਾਂ ਦੀ ਡੈਥ ਹੋਈ ਆ। ਉਹਨਾਂ ਦੀ ਲੜਕੀ ਸੀਗੀ ਡੋਲੀ ਗਲੇਰੀਆ, ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਇਹੋ ਹੀ ਮੇਰੀ ਜਿਹੜੀ ਮਦਰ ਆ, ਮਾਂ ਆ, ਇਹ ਬਾਹਰ ਕੈਨੇਡਾ ਵਿੱਚ ਜਾਂ ਉਹਨਾਂ ਮੁਲਕਾਂ ਵਿੱਚ ਕਿਤੇ ਉਹਨਾਂ ਦੀ ਡੈਥ ਹੁੰਦੀ ਤਾਂ ਉਹਨਾਂ ਨੇ ਬਹੁਤ ਹੀ, ਸਰਕਾਰ ਨੇ ਇੱਜ਼ਤ ਦੇਣੀ ਸੀਗੀ। ਲੇਕਿਨ ਇੱਥੇ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਹੈਗਾ ਡਾ ਜੀ। ਇਹ ਸਾਡੀਆਂ ਸਰਕਾਰਾਂ ਦੀ ਲਾਪਰਵਾਹੀ ਆ, ਨੈਗਲੀਜੈਂਸੀ ਆ। ਜੀ ਹਾਂਜੀ, ਬਿਲਕੁਲ। ਉਹ ਕਿਸੇ ਨੂੰ ਮੇਰਾ ਖਿਆਲ ਕੋਈ ਚਿੱਤ ਖਿਆਲ ਵੀ ਨਹੀਂ ਹੋਣਾ। ਹੋਣ ਵਾਲੀ ਜਿਹੜੀ ਆ ਮਾਡਰਨ ਪੀੜ੍ਹੀ ਆ, ਨਿਊ ਜਨਰੇਸ਼ਨ ਹੈ, ਕਿਸੇ ਨੂੰ ਉਹਨਾਂ ਬਾਰੇ ਪਤਾ ਵੀ ਨਹੀਂ ਹੋਗਾ।
ਗੁਰਮੀਤ ਬਾਵਾ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਤਕਰੀਬਨ 2005 ਵਿੱਚ ਕਿ 6 ਵਿੱਚ ਇੱਕ ਮੁਹਾਲੀ ਵਿੱਚ ਆਡੀਟੋਰੀਅਮ ਬਣਿਆ ਹੋਇਆ ਵਾ, ਉੱਥੇ ਗਾਉਣ ਵਾਸਤੇ ਕੋਈ ਉਹਨਾਂ ਨੇ ਆਪਣਾ ਪ੍ਰੋਗਰਾਮ ਦੇਣਾ ਸੀਗਾ। ਮੇਰੇ ਸੁਣਨ ਵਿੱਚ ਇਹ ਗੱਲ ਆਈ ਸੀਗੀ ਕਿ ਜਿਸ ਉਹਨਾਂ ਨੇ ਆਪਣਾ ਸੰਗੀਤ ਸ਼ੁਰੂ ਕੀਤਾ ਸਟੇਜ ਦੇ ਉੱਪਰ ਚੜ੍ਹ ਕੇ, ਇੱਦਾਂ ਪਹਿਲਾਂ ਤਾਂ ਲੋਕੀ ਬੜੇ ਇਕੱਠੇ ਹੋਏ, ਜਿਸ ਵੇਲੇ ਉਹ ਸ਼ੁਰੂ ਹੋਇਆ ਤੇ ਕਾਫੀ ਵਿੱਚੋਂ ਹਾਲ ਜਿਹੜਾ ਆਡੀਟੋਰੀਅਮ ਅੱਧਿਓਂ ਜ਼ਿਆਦਾ ਖਾਲੀ ਹੋ ਗਿਆ ਜਿਹੜਾ ਜੀ। ਇਹ ਸਾਡੀ ਇੱਕ ਬਹੁਤ ਮਤਲਬ ਕਿ ਮੰਦਭਾਗੀ ਮੇਰੇ ਵਾਸਤੇ ਖਬਰ ਸੀ ਵੀ ਇੱਦਾਂ ਦਾ ਜਿਹੜਾ ਸੰਕੇਤ ਆ, ਇਹ ਉਹਨਾਂ ਪੁਰਾਣਿਆਂ ਲੋਕਾਂ ਨੂੰ ਜਾਂ ਪੁਰਾਣੇ ਕਲਾਕਾਰਾਂ ਨੂੰ ਨਾ ਚਾਹੁਣ ਵਾਲੀ ਗੱਲ ਆ ਜਿਹੜੀ ਆ ਜੀ। ਲੇਕਿਨ ਕਦਰਦਾਨ ਲੋਕ ਬਹੁਤ ਬੈਠੇ ਇਹ ਪੰਜਾਬ ਦੇ ਵਿੱਚ ਸਾਡੇ, ਮੈਂ ਸਾਰਿਆਂ ਨੂੰ ਇੱਕੋ ਜਿਹੀ ਗੱਲ ਨਹੀਂ ਕਰਦਾ ਹੈਗਾ, ਬਹੁਤ ਚਾਹੁਣ ਵਾਲੇ ਬੈਠੇ ਆ, ਸਾਡਾ ਵਿਰਸਾ ਸੰਭਾਲਣ ਵਾਲੇ ਮੇਰੇ ਤੋਂ ਉੱਪਰ ਬੈਠੇ ਆ, ਮੈਂ ਤਾਂ ਕੁਛ ਵੀ ਨਹੀਂ ਹੈਗਾ ਜੀ। ਲੇਕਿਨ ਇਹ ਆ ਕਿ ਸਾਨੂੰ ਸਾਡੀ ਨਵੀਂ ਜਨਰੇਸ਼ਨ ਨੂੰ, ਨਵੀਂ ਪੀੜ੍ਹੀ ਨੂੰ, ਸਭ ਨੂੰ ਇਸ ਚੀਜ਼ ਦੇ ਨਾਲ, ਹਰ ਚੀਜ਼ ਦੇ ਨਾਲ ਪੁਰਾਣੇ ਜਿਹੜਾ ਸੱਭਿਆਚਾਰ ਆ, ਪੁਰਾਣੇ ਗਾਣੇ ਆ, ਛੰਦ ਆ, ਟੱਪੇ ਆ, ਵਿਆਹ ਦੀਆਂ ਬੋਲੀਆਂ, ਸਿੱਠਣੀਆਂ, ਘੋੜੀਆਂ, ਸਾਡੇ ਸਾਰਿਆਂ ਗਾਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆ। ਹੁਣ ਅਸੀਂ ਸਾਡੇ ਬੱਚੇ ਜਿਹੜੇ ਆ ਵੱਡੀਆਂ ਹਵੇਲੀਆਂ ਵਿੱਚ ਜਾਂ ਬੜੇ ਰੈਸਟੋਰੈਂਟ, ਹੋਟਲਾਂ ਵਿੱਚ ਜਾ ਕੇ ਤੀਆਂ ਦਾ ਤਿਉਹਾਰ ਮਨਾਉਂਦੇ ਆ ਜਾਂ ਉੱਥੇ ਹੋਰ ਚੀਜ਼ਾਂ ਮਨਾਉਂਦੇ ਜਿਹੜੀਆਂ, ਔਰ ਮਹਿੰਗੀਆਂ ਆਈਸਕ੍ਰੀਮਾਂ ਖਾ ਕੇ ਉੱਥੇ ਹਜ਼ਾਰਾਂ ਰੁਪਏ ਬਿੱਲ ਦੇ ਕੇ ਆਉਂਦੇ ਆ। ਉਹਨਾਂ ਕੋਲ ਸਮਾਨ ਪਿਆ ਜੀ, ਇਹ ਚਰਖਾ ਪਿਆ ਵਾ, ਇਹ ਆਪਣਾ ਇਹ ਗ੍ਰਾਮੋਫੋਨ ਪਿੱਛੇ ਟੁੱਟੇ ਫੁੱਟੇ ਪਏ ਜਿਹੜੇ ਉਹਨਾਂ ਕੋਲ ਚੱਲਦੇ ਵੀ ਨਹੀਂ ਹੈਗੇ ਜਿਹੜੇ ਆ ਜੀ। ਉਹ ਚਲਾ ਉਹੀ ਸਕਦਾ ਜਿਹੜਾ ਬੰਦਾ ਉਸ ਲਾਈਨ ਦਾ ਹੈਗਾ ਜਿਹੜਾ ਜੀ, ਠੀਕ ਹੈ ਜੀ। ਅਤੇ ਇਸ ਕਰਕੇ ਮਤਲਬ ਕਿ ਸਾਨੂੰ ਕੁੱਲ ਮਿਲਾ ਕੇ ਇਹ ਕਹਿਣਾ ਚਾਹੀਦਾ ਕਿ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਆ, ਇਹਨਾਂ ਚੀਜ਼ਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ। ਠੀਕ ਆ, ਜ਼ਮਾਨੇ ਦੀ ਰਫ਼ਤਾਰ ਨਾਲ ਜ਼ਰੂਰ ਤੁਰਨਾ ਪਏਗਾ, ਚੱਲਣਾ ਪਏਗਾ, ਨਹੀਂ ਤਾਂ ਜ਼ਮਾਨਾ ਜਿਹੜਾ ਸਾਨੂੰ ਪਿੱਛੇ ਛੱਡ ਜਾਏਗਾ। ਅਤੇ ਕੋਈ ਵੀ ਚੀਜ਼ ਜਿਹੜੀ ਆ, ਜਿਸ ਤਰ੍ਹਾਂ ਇਹ ਗ੍ਰਾਮੋਫੋਨ ਆ, ਪੁਰਾਣੇ ਸੌਂਗ ਆ, ਪੁਰਾਣੇ ਤਵੇ ਆ, ਪੁਰਾਣੇ ਗਾਣੇ ਆ, ਪੁਰਾਣੇ ਕਲਾਕਾਰ ਆ, ਪੁਰਾਣੀਆਂ ਫਿਲਮਾਂ ਆ, ਉਹਨਾਂ ਦਾ ਅੱਜ ਤੱਕ ਰਾਜ ਚੱਲ ਰਿਹਾ। ਮੇਰਾ ਖਿਆਲ ਜਦ ਕਾਫੀ ਦੇਰ ਤੱਕ ਅੱਗੇ ਤੱਕ ਚੱਲਦਾ ਰਹੇਗਾ। ਮੁਗਲ ਆਜ਼ਮ ਫਿਲਮ ਪਈ ਜਿਹੜੀ ਆ ਜੀ, ਦੇਖੋ ਮੁਗਲ ਆਜ਼ਮ 1962 ਦੇ ਲਾਗੇ ਫਿਲਮ ਆਈ ਸੀ ਜਿਹੜੀ ਆ, ਇਹਦੇ ਲੋਕ ਅੱਜ ਵੀ ਗਾਣੇ ਉਸੇ ਤਰ੍ਹਾਂ ਸੁਣ ਰਹੇ ਆ ਜਿੱਦਾਂ 1962-63 ਦੇ ਸੁਣ ਰਹੇ ਸੀ ਜਿਹੜੇ ਆ ਜੀ। ਔਰ 50 ਸਾਲ ਤੋਂ ਉੱਪਰ ਹੋ ਚੱਲੇ ਇਹਨਾਂ ਟਾਈਮਾਂ ਨੂੰ ਜਿਹੜਾ ਹੁਣ ਪਤਾ ਨਹੀਂ ਲੱਗ ਰਿਹਾ ਕਿ ਮਾਰਕੀਟ ਵਿੱਚ ਗਾਣੇ ਆਉਂਦੇ ਕਦੋਂ ਆ ਔਰ ਉੱਥੋਂ ਜਾਂਦੇ ਕਦੋਂ ਆ। ਅਤੇ ਮੈਂ ਮਤਲਬ ਕਿ ਇਸ ਕਰਕੇ ਮੈਂ ਬਹੁਤ ਖਫਾ ਆ ਜਨਰੇਸ਼ਨ ਤੋਂ ਵੀ, ਔਰ ਪਤਾ ਨਹੀਂ ਅੱਗੇ ਪੜ੍ਹਾਈ ਕਿਸ ਤਰ੍ਹਾਂ ਦੀ ਆ ਰਹੀ ਜਿਹੜੀ ਆ, ਕਿ ਬੱਚੇ ਸਾਡੇ ਵਿਰਸੇ ਨਾਲੋਂ, ਇਹਨਾਂ ਚੀਜ਼ਾਂ ਨਾਲੋਂ ਟੁੱਟਦੇ ਜਾ ਰਹੇ ਜਿਹੜੇ ਆ ਜੀ। ਇੱਕ ਅਫਸੋਸ ਵਾਲੀ ਗੱਲ ਜਿਹੜੀ ਆ ਜੀ। ਅਤੇ ਜੇ ਤੁਹਾਨੂੰ ਲੱਗਦਾ ਕਿ ਇਨ ਕੇਸ ਤੁਹਾਨੂੰ ਕੋਈ ਭਵਿੱਖ ਦੇ ਵਿੱਚ ਅਪਰੋਚ ਕਰਦਾ, ਕਿ ਕੋਈ ਸੰਸਥਾ ਅਪਰੋਚ ਕਰੇ ਸਰਕਾਰ ਦੇ ਨਾਲ ਜੁੜੀ ਹੋਈ ਆ, ਕੋਈ ਵੀ ਇੱਥੇ ਵੱਡਾ ਘਰਾਣਾ ਜਿਹੜੇ ਅੱਜ ਜਿਨ੍ਹਾਂ ਨੇ ਆਪਣੇ ਬਹੁਤ ਵੱਡੀਆਂ ਹਵੇਲੀਆਂ ਇੱਥੇ ਖੋਲ੍ਹ ਲਈਆਂ ਜਾਂ ਵੱਡੇ ਰੈਸਟੋਰੈਂਟ ਖੋਲ੍ਹ ਲਏ, ਜਿਹ 'ਚੋਂ ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਦਾ ਦਾਅਵਾ ਕਰਦੇ ਆ, ਅਤੇ ਜੇ ਤੁਹਾਨੂੰ ਕੋਈ ਅਪਰੋਚ ਇੱਦਾਂ ਦੀ ਕਰਦਾ ਅਤੇ ਤੁਹਾਡੇ ਕੋਲ ਇਹ ਤਵਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ, ਅਤੇ ਫਿਰ ਕੀ ਤੁਸੀਂ ਉਹਨਾਂ ਨੂੰ ਦਿਓਗੇ? ਤਵੇ ਅਸੀਂ ਮੰਗਵੇਂ ਤਾਂ ਕਿਸੇ ਨੂੰ ਨਹੀਂ ਦਿਆਂਗੇ ਜੀ, ਕਿਉਂਕਿ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਸੰਭਾਲ ਕੀਤੀ ਆ, ਹੋ ਸਕਦਾ ਅਗਲਾ ਨਾ ਕਰੇ ਇਸ ਤਰ੍ਹਾਂ ਜਿਹੜੀ। ਅਗਰ ਸਾਨੂੰ ਕੋਈ ਬੁਲਾਏਗਾ ਤਾਂ ਮੈਂ ਆਪਣੇ ਤੌਰ 'ਤੇ ਆਪਣਾ ਸਮਾਨ ਲੈ ਕੇ ਜਾਵਾਂਗਾ, ਅਤੇ ਉਹ ਟਾਈਮ ਹੀ ਦੱਸੇਗਾ। ਲੇਕਿਨ ਬੱਚੇ ਗਾਂਹ ਜਿਹੜੇ ਆ, ਜਨਰੇਸ਼ਨ ਆ, ਪਸੰਦ ਕਰਦੇ ਵੀ ਆ ਕੁਛ, ਲੇਕਿਨ ਕੁਛ ਨਹੀਂ ਵੀ ਕਰਦੇ ਹੈਗੇ। ਇਹਨਾਂ ਦੇ ਪੁਰਾਣੇ ਗਾਣੇ ਆ, ਪੁਰਾਣੇ ਫਿਲਮੀ ਗਾਣੇ ਆ, ਹਿੰਦੀ ਗਾਣੇ ਆ, ਪੰਜਾਬੀ ਗਾਣੇ ਆ, ਉਹਨਾਂ ਦੀਆਂ ਤਰਜ਼ਾਂ, ਟੱਪੇ, ਸਾਰਾ ਕੁਛ ਅੱਗੇ ਦੀ ਅੱਗੇ ਚੋਰੀ ਕਰਕੇ ਸਟੈਪ ਬਾਏ ਸਟੈਪ ਗਾਂਹ ਦੀ ਗਾਂਹ ਅੱਗੇ ਦੀ ਅੱਗੇ ਗਾਣੇ ਹੋਰ ਬਣਾ ਲਏ ਆ। ਲੇਕਿਨ ਜੋ ਰਿਐਲਿਟੀ ਆ, ਜੋ ਅਸਲੀਅਤ ਆ, ਉਹ ਇਹਨਾਂ ਤਵਿਆਂ ਵਿੱਚ ਹੀ ਹੈ। ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਦੀ ਬਜਾਏ, ਇਹਨੂੰ ਸਾਂਭਣ ਦੀ ਬਜਾਏ, ਕਿ ਨਹੀਂ ਲੱਗਦਾ ਕਿ ਪੰਜਾਬੀ ਸੱਭਿਆਚਾਰ ਨੂੰ ਇਹਨਾਂ ਹਵੇਲੀਆਂ 'ਚ ਰੱਖ ਕੇ, ਵੱਡੀਆਂ ਥਾਵਾਂ 'ਤੇ ਰੱਖ ਕੇ ਵੇਚਣਾ ਸ਼ੁਰੂ ਕਰ ਦਿੱਤਾ ਗਿਆ? ਟਿਕਟ ਲੱਗਦੀ ਹੈ ਜੀ? ਹਾਂਜੀ, ਟਿਕਟ ਲੱਗਦੀ ਹੈ ਜੀ। ਉਹਨਾਂ ਦਾ ਬਿਜ਼ਨਸ ਆ ਜੀ, ਉਹ ਸਾਡਾ ਕੋਈ ਬਿਜ਼ਨਸ ਨਹੀਂ ਹੈਗਾ ਜੀ। ਮੇਰਾ ਕੋਈ ਪੈਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਮੈਨੂੰ ਤਾਂ ਕੋਈ ਸ਼ੌਂਕ ਨਾਲ, ਜਿੱਦਾਂ ਹੁਣ ਤੁਸੀਂ ਟਾਈਮ ਮੰਗਿਆ, ਮੈਂ ਤੁਹਾਨੂੰ ਬਹੁਤ ਆਦਰ ਨਾਲ, ਬਹੁਤ ਮਤਲਬ ਕਿ ਮੈਂ ਵਧੀਆ ਧੰਨ ਭਾਗ ਸਮਝਦਾ ਤੁਸੀਂ ਸਾਡੇ ਚੱਲ ਕੇ ਘਰ ਆਏ ਆ ਜੀ। ਅਤੇ ਲੇਕਿਨ ਹਵੇਲੀਆਂ ਵਾਲੇ ਆ ਜਾਂ ਹੋਰ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ, ਉਹਨਾਂ ਦਾ ਇੱਕ ਬਿਜ਼ਨਸ ਆ ਜੀ। ਟਿਕਟ ਲਾਈ ਹੋਈ ਆ 200 ਰੁਪਈਆ ਜਾਂ 500 ਰੁਪਈਆ ਅੰਦਰ ਸਮਾਨ ਦਿਖਾਉਣ ਵਾਸਤੇ, ਲੇਕਿਨ ਸਾਡਾ ਕੋਈ ਇਹੋ ਜਿਹਾ ਵਿਚਾਰ ਨਹੀਂ ਹੈਗਾ ਜੀ। ਅੱਛਾ ਸੁਰਜੀਤ ਜੀ, ਆਪਾਂ ਤੁਹਾਡੇ ਕਿੱਤੇ ਦੀ, ਪੇਸ਼ੇ ਦੀ ਵੀ ਗੱਲ ਕੀਤੀ ਸੀਗੀ ਕਿ ਰੋਜ਼ੀ ਰੋਟੀ ਦੇ ਲਈ ਤੁਸੀਂ ਕੰਮਕਾਰ ਵੀ ਕਰਦੇ ਹੋ, ਪਰਿਵਾਰ ਦੀ ਦੇਖ ਰੇਖ ਵੀ ਕਰ ਰਹੇ ਹੋ, ਅਤੇ ਪੇਸ਼ੇ ਵਜੋਂ ਟਰੱਕ ਡਰਾਈਵਰ ਹੋ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਨੋਰਮਲ ਬੰਦੇ ਦੀ ਇੱਕ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੀਏ, ਉਹ ਕਹੇਗਾ ਕਿ ਇੱਕ ਬੰਦਾ ਜਿਹੜਾ ਸਧਾਰਨ ਜਿਹਾ ਪਰਿਵਾਰ ਦੇ ਨਾਲ ਸੰਬੰਧਿਤ ਹੈ ਅਤੇ ਟਰੱਕ ਡਰਾਈਵਰ ਦੇ ਵਿਸ਼ੇ ਦੇ ਨਾਲ ਜੁੜਿਆ ਹੋਇਆ, ਉਹਦੇ ਦਿਮਾਗ ਦੇ ਵਿੱਚ ਚੀਜ਼ਾਂ ਕਿੱਦਾਂ ਆਉਂਦੀਆਂ ਨੇ ਕਿ ਮੈਂ ਇਹ ਖਜ਼ਾਨਾ ਸੰਭਾਲਣਾ ਆ ਜਾਂ ਤਿਆਰ ਕਰਨਾ, ਜਾਂ ਇੱਦਾਂ ਦੀ ਚੀਜ਼ ਮੈਨੂੰ ਸੰਭਾਲਣੀ ਚਾਹੀਦੀ ਹੈ? ਉਹ ਨਵਜੋਤ ਜੀ ਇਸ ਤਰ੍ਹਾਂ ਕਿ ਜਿਹੜਾ ਪੁਰਾਣਾ ਵਿਰਸਾ, ਪੁਰਾਣੇ ਗਾਣੇ, ਪੁਰਾਣੇ ਜਿਹੜੇ ਆ ਕਲਾਕਾਰ, ਚਲੋ ਕੁਛ ਵਿੱਚੋਂ ਇਸ ਦੁਨੀਆ ਤੋਂ ਰੁਸਕਤ ਹੋ ਗਏ ਆ। ਮੈਂ ਇਹ ਸਮਝਦਾ ਸੀਗਾ ਵੀ ਇਸ ਵਿਰਸੇ ਨੂੰ ਸੰਭਾਲਣਾ ਚਾਹੀਦਾ ਆ। ਵਿਰਸਾ ਤਾਂ ਪੰਜਾਬ ਦਾ ਕਾਫੀ ਖਤਮ ਹੋ ਗਿਆ ਕਿਹੜਾ ਆ। ਹੁਣ ਜਿੱਦਾਂ ਖੂਹ ਹੋਏ ਪੁਰਾਣੇ ਜਿਹੜੇ ਆ, ਪੁਰਾਣੇ ਚਰਖੇ ਹੋਏ ਜਾਂ ਹੋਰ ਬਹੁਤ ਕੁਛ ਖਤਮ ਹੋ ਗਿਆ। ਹਾਂ, ਟਿੰਡਾਂ ਹੋ ਗਈਆਂ, ਤਾਂਗੇ ਹੋ ਗਏ, ਪੁਰਾਣਾ ਬਹੁਤ ਕੁਛ ਖਤਮ ਹੋ ਗਿਆ, ਕਿਉਂਕਿ ਪੁਰਾਣਾ ਪੰਜਾਬ ਉਹ ਪਹਿਲਾਂ ਵਾਲਾ ਨਹੀਂ ਰਿਹਾ ਹੈਗਾ। ਇਹ 25-30 ਸਾਲਾਂ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ ਆ।
ਲੇਕਿਨ ਮੇਰੇ ਕੁਛ ਦਿਲ ਵਿੱਚ ਇਹ ਗੱਲ ਆਈ ਕਿ ਮੈਂ ਥੋੜ੍ਹਾ ਜਿਹਾ ਸਮਾਨ ਜਿੰਨਾ ਕਿ ਮੈਂ ਚਲੋ ਆਪਣੀ ਹੈਸੀਅਤ ਦੇ ਮੁਤਾਬਕ ਮਤਲਬ ਕਿ ਮੈਂ ਰੱਖਾਂ। ਔਰ ਇਹ ਸਮਾਨ ਜਿਹੜਾ ਆ ਬਹੁਤ ਕੀਮਤੀ ਆ, ਕੋਸਟਲੀ ਆ। ਮੈਨੂੰ ਇਹਨਾਂ ਦੇ ਵਿੱਚ ਕਈ ਤਵੇ ਇੱਦਾਂ ਦੇ ਹੈਗੇ ਜਿਹੜੇ ਲੋਕਾਂ ਨੇ ਮੈਨੂੰ ਹਜ਼ਾਰ ਰੁਪਏ ਬਲੈਕਮੇਲ ਕਰਨ ਦੀ ਜਿੱਦਾਂ ਕੋਸ਼ਿਸ਼ ਕੀਤੀ। ਕਈਆਂ ਦੇ ਕੋਲ ਬਹੁਤ ਵਧੀਆ ਇੱਥੇ ਤਵੇ ਪਏ। ਮੇਰੇ ਕੋਲ ਆਲਮ ਲਹਾਰ ਦਾ ਪਾਕਿਸਤਾਨੀ ਤਵਾ ਪਿਆ, ਕਿਸੇ ਬੰਦੇ ਕੋਲ ਪਿਆ ਸੀਗਾ। ਉਹ ਕਹਿੰਦਾ ਜੀ ਮੈਂ 1000 ਰੁਪਏ ਦਾ ਦੇਵਾਂਗਾ ਡਾ ਜੀ। ਬੜੀ ਮੁਸ਼ਕਿਲ ਨਾਲ 750 ਰੁਪਏ ਉਹਨੂੰ ਮੈਂ ਦੇ ਕੇ ਲਿਆਂਦਾ। ਮੈਂ ਕਿਹਾ ਤੇਰੇ ਕਿਸੇ ਕੰਮ ਨਹੀਂ ਹੈਗਾ, ਤੇਰੇ ਬੱਚੇ ਖੇਡਦੇ ਫਿਰਨਗੇ ਤਵੇ ਨਾਲ, ਮੈਂ ਇਹਨੂੰ ਇਹਦੇ ਸੰਭਾਲ ਕੇ ਰੱਖਾਂਗਾ। ਔਰ ਤੂੰ ਜਦੋਂ ਮਰਜ਼ੀ ਆ ਕੇ, ਮੈਂ ਕਿਹਾ ਮੇਰੇ ਕੋਲ ਇਹ ਤਵਾ ਸੁਣ ਲਵੀਂ ਆ ਕੇ, ਦੇਖ ਲਵੀਂ ਆ ਕੇ। ਲੇਕਿਨ ਅੱਗੇ ਜੀ ਅੱਗੇ ਗਾਂ ਜਿਹੜੀ ਪੀੜ੍ਹੀ ਆ ਰਹੀ ਹੁਣ ਜਿਹੜੀ ਆ, ਉਹ ਜਿਸ ਤਰੀਕੇ ਨਾਲ ਸਾਰਾ ਕੁਝ ਛੱਡਦੀ ਜਾ ਰਹੀ ਆ। ਮੈਂ ਕੁਛ 90 ਤੋਂ ਬਾਅਦ ਇਹ ਸਮਾਨ ਇਕੱਠਾ ਕੀਤਾ, ਮੈਂ ਸੰਭਾਲਿਆ ਹੋਇਆ ਵਾ। ਮੈਂ ਨਹੀਂ ਚਾਹੁੰਦਾ ਕਿ ਇਹ ਸਮਾਨ ਖਤਮ ਹੋਵੇ ਜਾਂ ਮੈਂ ਕਹਿੰਦਾ ਚੀਜ਼ਾਂ ਚੱਲਦੀਆਂ ਰਹਿਣ ਸਦਾ ਜਿਹੜੀਆਂ। ਸੁਰਜੀਤ ਜੀ, ਇਹਨਾਂ ਤਵਿਆਂ ਦੀ ਸੰਭਾਲ ਜਿਹੜੀ ਆਪਾਂ ਗੱਲ ਇਹ ਵੀ ਜ਼ਰੂਰ ਕਰਾਂਗੇ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਹੈ, ਚੈਲੰਜ ਹੈ ਇਹਨਾਂ ਨੂੰ ਸੰਭਾਲਣਾ। ਫਿਰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਬੰਨ੍ਹ ਕੇ ਰੱਖਣਾ ਆ, ਫਿਰ ਕਿੰਨੇ ਟਾਈਮ ਬਾਅਦ ਖੋਲ੍ਹਣਾ ਆ। ਕੁਛ ਇੱਦਾਂ ਵੀ ਆ ਕਿ ਤਾਂ ਕਿ ਖਰਾਬ ਨਾ ਹੋ ਸਕਣ, ਸਹੀ ਤਰੀਕੇ ਨਾਲ ਚੱਲਦੇ ਰਹਿਣ। ਜੀ ਜੀ ਜੀ, ਇਹਨਾਂ ਦੇ ਵਿੱਚ ਮੇਰੇ ਪਰਿਵਾਰ ਦਾ ਬਹੁਤ ਯੋਗਦਾਨ ਆ। ਮੇਰੀ ਵਾਈਫ ਸ਼੍ਰੀਮਤੀ ਹਰਜੀਤ ਕੌਰ ਜੀ, ਉਹ ਮੇਰਾ ਬਹੁਤ ਸਾਥ ਦਿੰਦੀ ਆ ਮੇਰੇ ਨਾਲ। ਜਿਸ ਤਰ੍ਹਾਂ ਵੀ ਮੈਂ ਉਹਨਾਂ ਨੂੰ ਆਪਣੇ ਸਫਾਈ ਬਾਰੇ, ਤਵਿਆਂ ਦੀ ਸਫਾਈ ਬਾਰੇ ਜਾਂ ਕੋਈ ਸਮਾਨ ਰੱਖ ਰਖਾਵ ਬਾਰੇ ਕਹਾਂ, ਮੇਰਾ ਬਹੁਤ ਸਾਥ ਦਿੰਦੀ ਆ। ਬੱਚਿਆਂ ਵੱਲੋਂ ਬਹੁਤ ਮੈਨੂੰ ਸਾਥ ਆ। ਅਤੇ ਲੇਕਿਨ ਬਹੁਤ ਤਾਂ ਵੀ ਇਹ ਕੰਮ ਬਹੁਤ ਮੁਸ਼ਕਿਲ ਆ ਜੀ, ਸੰਭਾਲ ਕਰਨੀ ਜਿਹੜੀ ਆ, ਔਰ ਮੁੜ ਕੇ ਰਨਿੰਗ ਰੱਖਣੀਆਂ ਚੀਜ਼ਾਂ ਜਿਹੜੀਆਂ। ਅਤੇ ਇਹ ਪਰਿਵਾਰ ਵੱਲੋਂ ਸਹਿਯੋਗ ਦੇ ਨਾਲ ਹੀ ਜਿਹੜਾ ਆ ਇਹ ਮੇਰਾ ਇੱਕ ਕਿ ਸਮਾਨ ਇਕੱਠਾ ਹੋਇਆ ਸਾਰਾ ਜਿਹੜਾ ਜੀ। ਜਿਸ ਤਰ੍ਹਾਂ ਕਿ ਸਾਡੀਆਂ CD ਪਲੇਅਰ ਜਾਂ DVD ਦੀ ਜਿਹੜੀ ਕੈਸਟ ਹੁੰਦੀ ਆ, ਛੋਟੀ ਕੈਸਟ ਹੁੰਦੀ ਆ, ਉਹਦੇ ਉੱਪਰ ਜਰਾ ਜਿੰਨੀ ਵੀ ਕੋਈ ਝਰੀ ਵੱਜ ਜਾਵੇ, ਕੋਈ ਉਹਦੇ ਉੱਪਰ ਚੀਜ਼ ਪੈ ਜਾਵੇ, ਗਰਮ ਪਾਣੀ ਪੈ ਜਾਵੇ, ਜਾਂ ਧੁੱਪ ਦੇ ਵਿੱਚ ਡਾਇਰੈਕਟ ਹੀਟ ਉਹਦੇ ਉੱਤੇ ਹੋ ਜਾਵੇ, ਉਹ ਚੱਲਦੀ ਨਹੀਂ ਹੈਗੀ। ਜਾਂ ਉਹ ਜਿਹੜੀ ਆ ਡਿਸਕ ਆ ਟੁੱਟ ਜਾਵੇ, ਉਹ ਚੱਲਦੀ ਨਹੀਂ ਹੈਗੀ। ਮੈਂ ਤੁਹਾਨੂੰ ਇੱਕ ਪੁਰਾਣੀਆਂ ਚੀਜ਼ਾਂ ਬਹੁਤ ਜਿਹੜੀਆਂ ਲੌਂਗ ਟਾਈਮ ਚੱਲਣ ਵਾਲੀਆਂ ਚੀਜ਼ਾਂ ਜਿਹੜੀਆਂ, ਇਹ ਦੇਖੋ, ਇਹ ਤਾਂ ਤਵੇ ਹੈ ਕੰਪਲੀਟ ਤਵਾ ਜਿਹੜਾ ਆ, ਕੰਪਲੀਟ ਤਵਾ, ਸਿੱਧਾ ਤਵਾ ਜਿਹੜਾ ਆ, ਬਿਲਕੁਲ ਸਾਫ਼ ਆ ਔਰ ਟੁੱਟਾ ਹੋਇਆ ਨਹੀਂ ਜਿਹੜਾ ਆ। ਇਹ ਤਵਾ ਇੱਕ ਟੁੱਟਾ ਹੋਇਆ ਤਵਾ ਆ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ, ਬਿਲਕੁਲ ਟੁੱਟਾ ਹੋਇਆ, ਤੁਸੀਂ ਦੇਖ ਸਕਦੇ ਇਹਨੂੰ। ਇਹ ਵੀ ਟੁੱਟਾ ਹੋਇਆ ਤਵਾ ਆ, ਇਹ ਵੀ ਟੁੱਟਾ ਹੋਇਆ ਤਵਾ ਜਿਹੜਾ ਆ। ਅਗਰ CD ਦੀ ਜਾਂ DVD ਦੀ ਕੋਈ ਡਿਸਕ ਟੁੱਟ ਜਾਂਦੀ ਆ ਜਾਂ ਉਹਦੇ ਉੱਤੇ ਝਰੀ ਪੈ ਜਾਂਦੀ ਆ, ਉਹ ਨਹੀਂ ਚੱਲੇਗੀ। ਇਹ ਮੈਂ ਆਪਣੇ ਦਰਸ਼ਕਾਂ ਨੂੰ ਚਲਾ ਕੇ ਦਿਖਾ ਲਾਂਗਾ। ਇਹ ਬਿਲਕੁਲ ਬਹੁਤ ਵਧੀਆ ਚੱਲਦੇ ਆ, ਇਹਨਾਂ ਦੇ ਵਿੱਚ ਕੋਈ ਝਰੀ ਨਹੀਂ, ਜਾਂ ਇਹ ਖ਼ਰਾਬ ਨਹੀਂ ਕਰੇਗਾ, ਜਾਂ ਕੋਈ ਸਾਡੀ ਇਹ ਨੀਡਲਸ ਜਾਂ ਸਾਡੀ ਜਿਹੜੀ ਮਸ਼ੀਨਰੀ ਆ ਉਹਨੂੰ ਖ਼ਰਾਬ ਨਹੀਂ ਕਰੇਗਾ। ਇਹ ਤੁਸੀਂ ਦੇਖ ਸਕਦੇ ਆ। ਮੇਰੇ ਕੋਲ ਹੋਰ ਵੀ ਕਾਫੀ ਤਵੇ ਪਏ, ਦੇਖੋ ਪੁਰਾਣੇ ਤਵੇ ਜਿਹੜੇ ਆ ਟੁੱਟੇ ਹੋਏ ਪਏ ਆ। ਇਹ ਟੁੱਟਿਆ ਹੋਇਆ ਤਵਾ ਜਿਹੜਾ ਦੇਖੋ ਜਿਹੜਾ ਜੀ, ਠੀਕ ਹੈ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ, ਇਹ ਚੀਜ਼ਾਂ ਬਹੁਤ ਲੌਂਗ ਟਾਈਮ ਸੀਗੀਆਂ ਮੇਰੇ ਕੋਲ। ਇੱਕ ਕੋਈ ਗਲਤੀ ਨਾਲ ਕੋਈ ਬੰਦਾ ਪਰਸਨ ਮੇਰੇ ਕੋਲੋਂ ਕੋਈ ਤਵਾ ਲੈ ਗਿਆ, ਉਹਦੇ ਉੱਤੇ ਲਿਖਿਆ ਹੋਇਆ ਸੀਗਾ, ਇੱਥੇ ਉੱਪਰਲੇ ਪਾਸੇ ਲਿਖਿਆ ਹੋਇਆ ਸੀਗਾ ਇਹ ਮੇਡ ਇਨ ਬ੍ਰਿਟੇਨ, ਔਰ ਇੱਥੇ ਨਾਲ ਲਿਖਿਆ ਪਿਆ ਥੱਲੜੇ ਪਾਸੇ ਉਹਦੇ ਲਿਖਿਆ ਪਿਆ ਸੀਗਾ ਦਾ ਵੋਇਸ ਆਫ ਗਰੰਟੀ 500 ਈਅਰ ਓਲਡ। ਇਹਦੇ ਵਿੱਚ ਕੰਪਨੀ ਨੇ, ਸਾਨੂੰ ਨਹੀਂ ਪਤਾ ਕਿ ਉਹ 500 ਸਾਲ ਦੀ ਗਰੰਟੀ ਦਿੱਤੀ, ਚੱਲੇਗਾ ਜਾਂ ਨਹੀਂ ਚੱਲੇਗਾ, ਲੇਕਿਨ ਇਹਦੇ ਬਾਰੇ ਮੈਨੂੰ ਨਹੀਂ ਪਤਾ। ਲੇਕਿਨ ਉਹਨਾਂ ਨੇ ਇਹ ਗੱਲ ਦੀ ਗਰੰਟੀ ਦਿੱਤੀ ਆ ਕਿ ਇਹ 500 ਸਾਲ ਚੱਲੇਗਾ। ਉਹ ਤਵਾ ਮੇਰੇ ਕੋਲੋਂ ਕੁਝ ਸਾਲ ਪਹਿਲਾਂ ਦੀ ਗੱਲ ਆ, ਕੋਈ ਗਲਤੀ ਨਾਲ ਮੈਂ ਕਿਸੇ ਨੂੰ ਤਵੇ ਦਿੱਤੇ ਸੀ, ਉਹਨਾਂ ਦੇ ਵਿੱਚੋਂ ਤਵਾ ਚਲੇ ਗਿਆ। ਬਾਅਦ ਵਿੱਚ ਉਹ ਬੰਦਾ ਮੁੱਕਰ ਗਿਆ, ਕਹਿੰਦਾ ਜੀ ਮੇਰੇ ਕੋਲ ਤਵਾ ਤੁਹਾਡਾ ਨਹੀਂ ਆਇਆ ਜਿਹੜਾ। ਉਹ ਤਵਾ ਬਹੁਤ ਐਂਟੀਕ ਸੀਗਾ, 500 ਸਾਲ ਦੀ ਗਰੰਟੀ ਕੰਪਨੀ ਨੇ ਦਿੱਤੀ ਸੀਗੀ। ਲੇਕਿਨ ਚਲੋ ਮੈਂ 500 ਸਾਲ ਦੀ ਹੁਣ ਗੱਲ ਨਹੀਂ ਕਰ ਰਿਹਾ। ਮੇਰੇ ਕੋਲ ਇੱਥੇ ਤਵੇ ਜਿਹੜੇ ਪਏ ਆ, ਉਹ ਵੀ ਤਕਰੀਬਨ 50 60 ਸਾਲ 70 ਸਾਲ ਪੁਰਾਣੇ ਤਵੇ ਜਿਹੜੇ ਆ, ਬੜੇ ਵਧੀਆ ਚੱਲ ਰਹੇ ਆ, ਬਹੁਤ ਵਧੀਆ ਚੱਲ ਰਹੇ ਆ। ਔਰ ਆਹ ਦੇਖੋ ਟੁੱਟਾ ਹੋਇਆ ਤਵਾ, ਮੈਂ ਤੁਹਾਨੂੰ ਚਲਾ ਕੇ ਇਹਨੂੰ ਪਲੇ ਕਰਕੇ ਦਿਖਾਉਣਾ ਆ, ਦਰਸ਼ਕ ਦੇਖ ਸਕਦੇ ਆ। ਬਹੁਤ ਇਹਨੂੰ ਟੁੱਟਣ ਦੇ ਨਾਲ ਕੋਈ ਫਰਕ ਨਹੀਂ ਪਿਆ। ਇਹ ਤੁਸੀਂ ਦੇਖ ਸਕਦੇ ਆ। ਆਹ ਦੇਖੋ ਟੁੱਟਾ ਹੋਇਆ ਤਵਾ ਬਿਲਕੁਲ ਜਿਹੜਾ ਆ, ਕਿ ਦੇਖਣ ਵਾਲਾ ਬੰਦਾ ਇਹ ਕਹੇਗਾ ਕਿ ਚੱਲੇਗਾ ਨਹੀਂ ਚੱਲੇਗਾ, ਜਾਂ ਇਹਨੂੰ ਸੁੱਟ ਦਈਏ ਬਾਹਰ, ਲੇਕਿਨ ਮੈਂ ਤਾਂ ਵੀ ਰੱਖਿਆ ਹੋਇਆ ਕਿਉਂਕਿ ਇਹ ਚੱਲ ਰਿਹਾ ਆ। ਤੁਸੀਂ ਦੇਖ ਸਕਦੇ ਆ ਜੀ,
सेकता है तवा जोड़ा ये चल रहा है, बहुत वधिया चल रहा है। हाँ जी, मैं अपने दर्शकों को दसना चाहना है जी, साढ़े कोल कैस्टां पईआं जिहड़ियां आ सामने पईआं इधर, ये कैस्टां आम नॉर्मल कैस्टां जिहड़ियां जी नॉर्मल कैस्ट आ कैस्टां जिहड़ियां बिल्कुल नॉर्मल कैस्ट आ। इन्हां दे विच उस टाइम के उपर 8 गाने या 10 गाने होंदे सीगे, 5 गाने ए साइड, 5 गाने बी साइड, 5 या 6 गाने उधर या 6 गाने उधर, लैफ्ट राइट इदां गाने होंदे सीगे। मेरे को कुछ कैस्टां बिल्कुल अंटीक पईआं, ये कैस्टां जिहड़ियां उस टाइम के उपर कोई 150-200 रुपए की कैस्ट होंदी सी। आ जिहड़ी कैस्ट आ ये रिकॉर्डिंग भी हर आम बंदा नहीं सुनता, स्टूडियो तो रिकॉर्डिंग होंदी हुंदी सी। कैस्ट जिहड़ी आ ये कोई बाजार दे विच आम दुकानां वाले इन्हूं रिकॉर्डिंग नहीं सी कर सकदे। ये कैस्टां जिहड़ियां आ इस तरह दी आ, कोई 90 मिनट दी आ और कोई 60 मिनट की भी हैगी आ। जदों इन्हूं असीं प्ले करांगे ये हर टेप रिकॉर्ड दे विच नहीं चलेगी। ये कैस्ट आम टेप रिकॉर्डां, छोटियां टेप रिकॉर्डां, सिंगल हैड वालियां जड़ियां ये मोनो आउटपुट साउंड वालियां जड़ियां उहदे विच ये कैस्टां नहीं चलणगियां जड़ियां। एक स्टीरियो साउंड टेप रिकॉर्डां आईयां सीगियां जिन्हां दे 2 स्पीकर लैफ्ट राइट होंदे सी और बैलेंस दा सिस्टम उन्हां दे नाल हुंदा सीगा। ये कैस्टां उन्हां दे विच चलदियां सीगियां। मैं तुहानूं इहनूं प्ले करके दसदा हां। जिस तरह तुसीं देख रहे हैं यह स्टूडियो पिया जिहड़ा जी, ਇਹਦੇ ਵਿੱਚ ਆਪਾਂ ਕੋਈ ਵੀ ਕੈਸਟ ਆ ਕੈਸਟ ਆ, ਇਹ ਆਮ ਕੈਸਟ ਆ, ਨੋਰਮਲ ਕੈਸਟ ਆ। ਤੁਸੀਂ ਇਹਨੂੰ ਦੇਖੋਗੇ, ਇਹਨੂੰ ਮੈਂ ਲਾਉਂਗਾ, ਇਹ ਦੇਖੋ ਤੁਸੀਂ ਇਹ ਚੱਲੇਗੀ। ਇਹ ਕੈਸਟ ਜਿਹੜੀ ਆ ਆਮ ਨੋਰਮਲ ਕੈਸਟ ਜਿਹੜੀ ਆ ਕੈਸਟਾਂ ਜਿਹੜੀਆਂ ਆ ਇਹ 4 ਟਰੈਕ ਕੈਸਟਾਂ ਆ। ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਮੇਰਾ ਖਿਆਲ ਸ਼ਾਇਦ ਪਤਾ ਹੋਵੇਗਾ ਵੀ ਜਾਂ ਨਹੀਂ ਵੀ ਪਤਾ ਹੋਵੇਗਾ। ये रिकॉर्डिंग जी ये सिर्फ स्टूडियो तो रिकॉर्डिंग होंगी सी, आम बाजार के कोई दुकाना होंदियां सीगियां, ये उत्थों नहीं सी होंदी हैगी। ये कंपनी भर के दिंदी सी, ये कैस्टां रिकॉर्डिंग करके दिंदी सी। मैं तुहानूं इहनूं ला के दिखाउणा, ये दर्शकों की जानकारी वास्ते मैं मुझे दस रहा है। तुसीं देख सकते हैं, ये देखो कैस्ट लाई है मैं, देखो कुछ समझ नहीं लग रही की चल रहा वा। ਹੁਣ मैं पहले सवाल एक स्पीकर खोलूंगा, चढ़ जावा एक स्पीकर आवाज पूरा चल रहा है, नैना दे नजरी चढ़ जावा। और जब मैं पैर से दूसरा पासा करांगा मेरी तरह सवागल दया कर नाम कट मेरी गड्डी नामा वट पता दिल पे परेड वांगुरानी, पता दिल पे परेड वांगुरानी, मैं वांगु हट लड़दा ए सामने ते भैन तेरी करदी ओ दूर करदा। और जब इन सेंटर में चेंज कर दिया जाऊंगी मेरे संग तो पूरे ही पिट लाऊंगी मेरे लगे यार लगे यार याद की बिजार मेरा हाल नहीं लगती यार। ਹੁਣ मैं दूसरा पासा कैस्ट का लाउन लगा, शायद दर्शकों को ये शक हो कि वो कैस्ट पुट्ठी सीधी चल रही है किदा चल रही है। हम मैं वो कैस्ट का दूसरा पासा ला रहा, देखो बी साइड लाउन लगा, देखो उधर गाने होर चलणगे ਜਿਹੜੇ लैफ्ट राइट दे लैफ्ट साइड के ऊपर मोहम्मद मसीह के गाने लगे हुए आ। ये स्पीकर तो इन्हें चालू करा लगाना जद काला बदल करके किया बंद लफाफे सारी उम्र आंदे ये दीदार सब के गाने हैं इतने पासे चल रहे चंगा चली वाले के जवाब तो देखो चंगा चली वाले के जवाब तो डाडा तंग आया ते हताब तो। ਸੋ ਸੰਗੀਤ ਜਗਤ ਦੀ ਜਦੋਂ ਗੱਲ ਕਰਦੇ ਆ, ਚਾਹੇ ਇਹਨਾਂ ਤਵਿਆਂ ਦੀ ਗੱਲ ਕਰ ਲਈਏ, ਚਾਹੇ ਉਹ ਤਵਾ ਪਾਕਿਸਤਾਨ ਦੇ ਆਲਮ ਲਾਹੌਰ ਦੇ ਨਾਲ ਜੁੜਿਆ ਹੋਵੇ, ਤੇ ਚਾਹੇ ਪੰਜਾਬ ਦੀ ਜਾਨ ਉਸ ਸਮੇਂ ਮੰਨੇ ਜਾਂਦੇ ਅਮਰ ਸਿੰਘ ਚਮਕੀਲਾ ਦੇ ਨਾਲ ਜੁੜਿਆ ਹੋਵੇ, ਚਾਹੇ ਉਹ ਤਵਾ ਮੁਗਲ ਆਜ਼ਮ ਪ੍ਰਸਿੱਧ ਜਿਹੜੀ ਫਿਲਮ ਸੀਗੀ ਹਿੰਦੀ ਦੀ ਉਹਦੇ ਨਾਲ ਜੁੜਿਆ ਹੋਵੇ, ਤੇ ਚਾਹੇ ਉਹ ਤਵਾ ਜੱਟ ਜਿਉਣਾ ਮੋੜ ਦੇ ਨਾਲ, ਦੁੱਖ ਛੜਿਆਂ ਦੇ ਨਾਲ। ਇਸ ਫਿਲਮਾਂ ਪੰਜਾਬੀ ਫਿਲਮਾਂ ਜਿਹੜੀਆਂ ਉਸ ਸਮੇਂ ਸ਼ਾਹ ਨਾਮ ਸੀ ਇਹਨਾਂ ਦਾ ਫਿਲਮਾਂ ਦਾ, ਆਪਣੇ ਆਪ ਦੇ ਵਿੱਚ ਇੱਕ
ਬੁਲੰਦੀ ਇਹਨਾਂ ਫਿਲਮਾਂ ਨੇ ਹਾਸਲ ਕੀਤੀ, ਉਹਨਾਂ ਦੇ ਨਾਲ ਜੁੜਿਆ ਹੋਵੇ। ਇਹ ਸਾਰੇ ਤਵੇ ਸੁਰਜੀਤ ਸਿੰਘ ਜੀ ਦੇ ਸੁਰਜੀਤ ਜੀ ਨੇ ਆਪਣੀ ਜਾਨ ਦੇ ਨਾਲ ਸੰਭਾਲ ਕੇ ਰੱਖੇ ਨੇ, ਜਾਨ ਤੋਂ ਵੱਧ ਪਿਆਰੇ ਨੇ। ਉਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ, ਸੰਭਾਲ ਕੀਤੀ ਜਾਂਦੀ ਹੈ। VCR ਨੇ, ਕੈਸਟਾਂ ਨੇ, ਉਹਨਾਂ ਦੀ ਸੰਭਾਲ ਹੈ, ਪੁਰਾਣੇ ਟੇਪ ਰਿਕਾਰਡਰ ਨੇ, ਪੁਰਾਣੇ ਕੈਮਰੇ ਨੇ ਰੀਲ ਵਾਲੇ। ਸੋ ਇਹ ਖਜ਼ਾਨਾ ਜਿਹੜਾ ਭਰਪੂਰ ਹੈ, ਜਿਹੜਾ ਸੁਰਜੀਤ ਸਿੰਘ ਜੀ ਸੰਭਾਲੀ ਬੈਠੇ ਨੇ। ਸੋ ਸ਼ਾਲਾ ਦੁਆ ਹੈ, ਅਰਦਾਸ ਹੈ ਕਿ ਇਹਨਾਂ ਨੂੰ ਰੱਬ ਤੰਦਰੁਸਤੀਆਂ ਦੇਵੇ, ਚੰਗੀ ਇਸੇ ਤਰ੍ਹਾਂ ਦੀ ਨਿੱਘਰ ਸੋਚ ਹੋਰ ਇੱਦਾਂ ਦੀ ਬਾਕੀ ਲੋਕਾਂ ਨੂੰ ਵੀ ਦਿੱਤੀ ਜਾਵੇ, ਤਾਂ ਕਿ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਸਿਰਫ ਅਸੀਂ ਰੌਲਾ ਨਾ ਪਾਈਏ, ਉਹਨੂੰ ਅਸਲ ਮਾਇਨਿਆਂ ਦੇ ਵਿੱਚ ਸੰਭਾਲ ਕੇ ਰੱਖੀਏ। ਸੋ ਹਾਂਜੀ ਪੰਜਾਬ ਚੈਨਲ ਦੀ ਇਸ ਮੰਚ ਤੋਂ ਸੁਰਜੀਤ ਸਿੰਘ ਜੀ ਦਾ, ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦਾ ਅਨਮੋਲ ਖਜ਼ਾਨਾ ਇੱਥੇ ਸੰਭਾਲ ਕੇ ਰੱਖਿਆ ਹੋਇਆ। ਤੇ ਅਗਲੀ ਪ੍ਰੇਰਨਾ ਸੋਤ ਕਹਾਣੀ ਦੇ ਨਾਲ ਇਸ ਮੰਚ ਤੋਂ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ।